ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ अमित शाह नाल मीटिंग करन दिल्ली जा रहे हैं। कहा भी जा रहा कि वो सोनिया गांधी नूं भी मिल सकते। अज उन्होंने शाम नूं 6 बजे गृह मंत्री अमित शाह नाल मुलाकात करनी और तुसीं देखोगे कि जिहड़ा राजनीतिक लोगों ने राजनीति तां करनी हुंदी है, पर जिहड़ा यूपी दे विच घटना वापरी उहनूं लैके कल वो आपदे मंत्री मंडल दे नाल पहलां उन्होंने मंत्री मंडल इकट्ठा करके 2 मिनट मौन धार के जिहड़े शहीद है उत्थों दे जिन्हां दीयां जानां चलियां गईयां नौजवानां दीयां ते होरां दीयां उन्हां नूं श्रद्धांजलि भेंट कीती। यूपी जाण वास्ते इजाजत मंगी नहीं मिली। उन्हां दे उप मुख मंत्री दी अगवाई विच पहलां उन्हां नूं हवाई चौपर उतरन दी आग्या नहीं दित्ती गई। बाद दे विच ओह सड़क दे रस्तियों सुखजिंदर सिंह रंधावा, कुलदीप सिंह वैद, मिस्टर जीरा होर ਜਿਹੜੇ ਆਗੂ ਸੀ ਉਹਨਾਂ ਦੇ ਵਿਧਾਇਕ ਸੀ ਉਹ ਗਏ, ਉਹਨਾਂ ਨੂੰ ਨਹੀਂ ਜਾਣ ਦਿੱਤਾ। ਉਹ ਦੇਖਿਆ ਤੁਸੀਂ ਤਸਵੀਰਾਂ ਦੇ ਵਿੱਚ ਕਿ ਚੌਕੀ ਦੇ ਵਿੱਚ ਬੈਠ ਕੇ ਹੀ ਉਹ ਸ਼ਾਮ ਦਾ ਲੰਗਰ ਛਕ ਰਹੇ ਨੇ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਤਾਂ ਕਿਹਾ ਜਾ ਰਿਹਾ ਕਿ ਉਹਨਾਂ ਦਾ ਜਿਹੜਾ ਅਹੁਦਾ ਉਹ ਵੀ ਬਦਲਿਆ ਗਿਆ ਤੇ ਉਹਨਾਂ ਦੇ ਨਾਲ ਹੋਰ ਵੀ ਕਈ ਜਿਹੜੇ ਅਧਿਕਾਰੀ ਉਹ ਵੀ ਬਦਲ ਗਏ। ਦੇਖੋ ਜਿਹੜਾ ਪੁਲਿਸ ਦੇ ਵਿੱਚ ਤਬਦੀਲੀ ਕੀਤੀ ਹੈ, ਪਹਿਲਾਂ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਲਾਇਆ ਗਿਆ ਸੀ ਕਿਉਂਕਿ ਦਿਨਕਰ ਗੁਪਤਾ ਛੁੱਟੀ ਤੇ ਚਲੇ ਗਏ ਸੀ, ਅਜੇ ਵੀ ਉਹ ਛੁੱਟੀ ਤੇ ਨੇ ਜੀ। ਉਹਨਾਂ ਨੂੰ ਚੇਅਰਮੈਨ ਹਾਊਸਿੰਗ ਕਾਰਪੋਰੇਸ਼ਨ ਲਾਤਾ, ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਜੀ। ਪਰ ਗੁਪਤਾ ਸਾਹਿਬ ਦੇ ਉੱਪਰ MK ਤਿਵਾੜੀ ਸਾਹਿਬ ਨੂੰ ਮੈਨੇਜਿੰਗ ਡਾਇਰੈਕਟਰ ਲਾਤਾ ਉੱਥੋਂ ਦਾ ਜੀ। ਕਿਸੇ ਵੀ ਇੰਸਟੀਚਿਊਟ ਦੇ ਵਿੱਚ ਜਿਹੜਾ ਮੈਨੇਜਿੰਗ ਡਾਇਰੈਕਟਰ ਹੁੰਦਾ ਉਹ ਉੱਪਰ ਹੁੰਦਾ, ਚੇਅਰਮੈਨ ਉਸ ਤੋਂ ਹੇਠਾਂ ਹੁੰਦਾ ਤੇ ਤਿਵਾੜੀ ਸਾਹਿਬ ਹੈ ਵੀ ਸੀਨੀਅਰ ਜੀ। ਸੋ ਗੁਪਤਾ ਸਾਹਿਬ ਨੂੰ ਹੁਣ ਮਤਲਬ ਉਸ ਮਹਿਕਮੇ ਦੇ ਵਿੱਚ ਲਾਤਾ। ਭਾਵੇਂ 3-4 ਮਹੀਨਿਆਂ ਤੋਂ ਬਾਅਦ ਕੀ ਹੁੰਦਾ ਕੀ ਨਹੀਂ ਹੁੰਦਾ ਤਾਂ ਸਮਾਂ ਦੱਸੇਗਾ, ਪਰ ਉਹਨਾਂ ਨੂੰ ਉਧਰ ਲਾ ਦਿੱਤਾ। ਇਸ ਤੋਂ ਇਲਾਵਾ ਕੁਝ ਅਧਿਕਾਰੀਆਂ ਦੇ IAS ਅਧਿਕਾਰੀਆਂ ਦੇ ਤਬਾਦਲੇ ਕੀਤੇ ਨੇ। ਖਾਸ ਕਰ ਅੱਧੀ ਦਰਜਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਬਦਲ ਦਿੱਤੇ ਨੇ। ਪਰ ਇਹਦੇ ਵਿੱਚ ਇੱਕ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ, ਜਿਹੜਾ ਮਾਮਲਾ ਨਵਜੋਤ ਸਿੰਘ ਸਿੱਧੂ ਵੀ ਵਾਰ-ਵਾਰ ਉਠਾਉਂਦੇ ਨੇ ਕਿ ਬਿਜਲੀ ਨਿਗਮ ਦਾ ਜਿਹੜਾ ਪ੍ਰਬੰਧਕ ਨਿਰਦੇਸ਼ਕ ਹੈ CMD ਵੇਣੂ ਪ੍ਰਸ਼ਾਦ, ਉਹਨੂੰ ਨਾਲ ਟਰਾਂਸਮਿਸ਼ਨ ਦਾ ਚਾਰਜ ਵੀ ਦੇਤਾ। ਇਲਜ਼ਾਮ ਤਾਂ ਸਾਰਾ ਉਸੇ ਤੇ ਲੱਗਦਾ ਹੈ ਕਿ ਜਿਹੜੇ ਇਹ ਸਮਝੌਤੇ ਕਰਾਏ ਬਿਜਲੀ ਕੰਪਨੀਆਂ ਦੇ ਨਾਲ, ਉਹ ਮਨਪ੍ਰੀਤ ਸਿੰਘ ਉਦੋਂ ਵਿੱਤ ਮੰਤਰੀ ਹੁੰਦਾ ਸੀ ਅਕਾਲੀ ਦਲ ਦਾ। ਯੂਪੀ ਦੇ ਵਿੱਚ ਪੰਜਾਬੀਆਂ ਦੀ ਜਿਹੜੀ ਐਂਟਰੀ ਆ, ਕਿਹਾ ਜਾ ਰਿਹਾ ਕਿ ਉਹ ਵੀ ਜਿਹੜੀ ਆ ਉਹ ਬੰਦ ਕਰ ਦਿੱਤੀ ਹੈ ਜੀ। ਵੀ ਐਂ ਕਰਦੇ ਵੀ ਜਿਵੇਂ ਪੰਜਾਬ ਪਾਕਿਸਤਾਨ ਹੁੰਦਾ ਹੈਗਾ ਜੀ, ਕਿਸੇ ਦਾ ਦਾਖਲਾ। ਇਹ ਜਿਹੜੇ ਲੋਕ ਹੈ ਉਹਨਾਂ ਦੇ ਪੰਜਾਬ ਦੇ ਵਿੱਚ ਬਹੁਤ ਰਿਸ਼ਤੇਦਾਰੀਆਂ ਨੇ ਜੀ, ਉਹਨਾਂ ਦੇ ਕੋਈ ਸਕੇ ਸੰਬੰਧੀ ਵੀ ਹੋ ਸਕਦੇ ਆ, ਸਮਾਜਿਕ ਸਮਾਗਮ ਹੈ, ਸੰਸਕਾਰ ਹੈ, ਉਹਦੇ ਅੰਗੀਠੇ ਦੀ ਰਸਮ ਹੋਣੀ ਆ, ਬਾਅਦ ਦੇ ਵਿੱਚ ਅੰਤਮ ਅਰਦਾਸ ਹੋਣੀ ਹੈ। ਉਹਨਾਂ ਨੂੰ ਰੋਕਣਾ ਇਹ ਮੰਦਭਾਗਾ ਹੈ। ਇਹ ਗ੍ਰਹਿ ਮੰਤਰੀ ਜਦੋਂ ਅੱਜ ਮੇਰਾ ਖਿਆਲ ਅਮਿਤ ਸ਼ਾਹ ਨੂੰ ਪ੍ਰਧਾਨ ਆਪਣਾ ਮੁੱਖ ਮੰਤਰੀ ਚੰਨੀ ਮਿਲਣਗੇ ਤਾਂ ਇਸ ਗੱਲ ਤੇ ਜ਼ਰੂਰ ਉਠਾਉਣਗੇ ਕਿ ਇਹ ਬੰਦ ਕੀਤਾ ਜਾਵੇ। ਇਹ ਬਾਅਦ ਦੇ ਵਿੱਚ ਵੀ ਤਾਂ ਲੋਕਾਂ ਨੇ ਇਕੱਲੇ ਕਰਕੇ ਪਹੁੰਚ ਜਾਣਾ ਹੈਗਾ। ਇਸ ਕਰਕੇ ਜਿਹੜੀ ਚੀਜ਼ ਨੂੰ ਜਿੰਨਾ ਦਬਾਇਆ ਜਾਊਗਾ ਉਹਦਾ ਉਨਾ ਪਸਾਰ ਹੁੰਦਾ, ਇਹ ਇਹਨਾਂ ਨੂੰ ਸੋਚ ਲੈਣਾ ਚਾਹੀਦਾ। ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਤਾਂ ਕਿਹਾ ਜਾ ਰਿਹਾ ਕਿ ਉਹ ਵੀ ਬਦਲੇ ਜਾ ਸਕਦੇ ਨੇ। ਕਈ ਥਾਵਾਂ ਦੇ ਉੱਤੇ ਇਹ ਮੁੱਖ ਮੰਤਰੀ ਉੱਤਰਾਖੰਡ ਦੇ ਵਿੱਚ ਬਦਲਿਆ, ਗੁਜਰਾਤ 'ਚ ਬਦਲਿਆ, ਗੁਜਰਾਤ 'ਚ ਤਾਂ ਤਾਜ਼ਾ ਹੀ ਬਦਲ ਕੇ 4 ਰਾਜਾਂ 'ਚ ਬਦਲ ਚੁੱਕੇ ਨੇ ਇਹ। ਤਾਂ ਹੋ ਸਕਦਾ ਹੈ ਕਿਸਾਨਾਂ ਦੀ ਸਿੰਪਥੀ ਲੈਣ ਵਾਸਤੇ ਇਹ ਉਹਨੂੰ ਇਹ ਵੀ ਕੋਈ ਗੱਲ ਦਾ ਦੂਰ ਨਹੀਂ ਹੈਗਾ ਕਿ ਯੂਪੀ ਦਾ ਯੋਗੀ ਆਦਿੱਤਿਆਨਾਥ ਹੀ ਬਦਲ ਦਿੱਤਾ ਜਾਵੇ, ਕਿਉਂਕਿ ਚੋਣਾਂ ਵੋਟਾਂ ਲੈਣੀਆਂ ਨੇ। ਉੱਥੇ ਕਿਸੇ ਹੋਰ ਨੂੰ ਸਿਆਣੇ ਬੰਦੇ ਨੂੰ ਜਿਹੜਾ ਹੈਗਾ ਉਹ ਜਾ ਕੇ ਕੋਈ ਮੁੱਖ ਮੰਤਰੀ ਬਣਾਇਆ ਜਾ ਸਕਦਾ। ਇਹ 'ਚ ਕੋਈ ਅਤ ਕਥਨੀ ਨਹੀਂ, ਇਹ ਹੋ ਵੀ ਸਕਦਾ। ਯੂਪੀ 'ਚ ਜਿਹੜੇ ਆਪਣੀ ਜਾਨ ਗਵਾਉਣ ਵਾਲੇ ਕਿਸਾਨ ਸੀਗੇ, ਉਹਨਾਂ ਦੇ ਪਰਿਵਾਰਾਂ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਕਿ ਉਹਨਾਂ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਜਿੰਨਾ ਸਮਾਂ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ। ਜਿਹੜਾ ਕੱਲ ਸਮਝੌਤਾ ਹੋਇਆ, ਉਹ ਸਮਝੌਤੇ ਦੇ ਵਿੱਚ ਇਹ ਹੋਇਆ ਸੀ ਕਿ ਉਹਨਾਂ 4 ਪਰਿਵਾਰਾਂ ਨੂੰ 45 ਲੱਖ ਤੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਜੀ। ਜਿਹੜੇ ਬੰਦੇ ਚਲੇ ਗਏ ਉਹ ਤਾਂ ਵਾਪਸ ਨਹੀਂ ਆਉਣੇ ਜੀ। ਉਹ ਪਤਾ ਲੱਗਿਆ ਵੀ ਲਵਪ੍ਰੀਤ ਸਿੰਘ ਦਾ ਪਰਿਵਾਰ ਇਹ ਗੱਲ ਕਹਿੰਦਾ ਹੈਗਾ ਕਿ ਪਹਿਲਾਂ ਸਾਨੂੰ ਇਨਸਾਫ ਮਿਲੇ, ਉਸ ਮੰਤਰੀ ਨੂੰ ਮੰਤਰੀ ਮੰਡਲ ਚੋਂ ਬਾਹਰ ਕੱਢਿਆ ਜਾਵੇ ਤੇ ਉਹਦੇ ਮੁੰਡੇ ਦੇ ਅਰੈਸਟ ਕੀਤਾ ਜਾਵੇ, ਕੇਸ ਤਾਂ ਦਰਜ ਹੋ ਗਿਆ।
ਅੱਜ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਇੱਕ ਅਹਿਮ ਫੈਸਲਾ ਹੋਣਾ ਸੀਗਾ, ਜਿਸ ਦੀ ਤਰੀਕ ਆ ਜਿਹੜੀ ਉਹ ਅੱਗੇ ਪਾ ਦਿੱਤੀ ਗਈ ਹੈ ਜਿਹੜੀ ਐਸਟੀਐਫ ਸਿਧਾਰਥ ਚਟੋਪਾਧਿਆ ਤੇ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੇ ਬੰਦ ਲਿਫਾਫੇ ਜੀ ਮਾਨਯੋਗ ਉੱਚ ਅਦਾਲਤ ਦੇ ਵਿੱਚ ਪਏ ਨੇ। ਉਹਨਾਂ ਦੀ ਅੱਜ ਸੁਣਵਾਈ ਹੋਣੀ ਸੀ। ਪਤਾ ਲੱਗਿਆ ਕਿ ਇਹ ਸੁਣਵਾਈ 12 ਸ਼ਾਇਦ ਅਕਤੂਬਰ ਨੂੰ ਪਾ ਦਿੱਤੀ ਗਈ ਹੈ। ਇਹਦੇ ਵਿੱਚ ਜਿਹੜਾ ਇਹਨਾਂ ਦਾ ਐਡਵੋਕੇਟ ਜਨਰਲ ਸਾਹਿਬ ਨਵਾਂ ਲਾਇਆ ਹੈ, ਉਹਨੇ ਕੋਈ ਰੰਗ ਦਿਖਾਇਆ ਕਿ ਨਹੀਂ ਦਿਖਾਇਆ ਪਤਾ ਨਹੀਂ। ਇਹਦੇ ਵਿੱਚ ਚਰਚਾ ਦਾ ਵਿਸ਼ਾ ਇਹ ਹੈ ਕਿ ਇਹਦੇ ਵਿੱਚ ਬਹੁਤ ਸਾਰੇ ਮਤਲਬ ਵੱਡੇ ਘਰਾਂ ਵੱਲ ਨੂੰ ਇਹਦਾ ਲਕੀਰਾਂ ਜਾਂਦੀਆਂ ਨੇ, ਇਹਦੀ ਜਾਂਚ ਦੀ ਉਧਰ ਨੂੰ ਜਾਂਦੀ ਹੈ। ਪਰ ਇੱਕ ਵਾਰ ਫੇਰ ਇਹਦਾ ਟਲ ਜਾਣਾ, ਉਹ ਲੋਕ ਜਿਨ੍ਹਾਂ ਨੂੰ ਬਹੁਤ ਵੱਡੀਆਂ ਆਸਾਂ ਵੱਜੀਆਂ ਸੀ ਕਿ ਅੱਜ ਇਹ ਹੋ ਜਾਣਾ ਹੈ, ਉਹਨਾਂ ਨੂੰ ਨਿਰਾਸ਼ਾ ਹੋਈ ਹੈ। ਇਹਦੇ ਬਾਰੇ ਤਾਂ ਪੰਜਾਬ ਦਾ ਮੁੱਖ ਮੰਤਰੀ, ਗ੍ਰਹਿ ਮੰਤਰੀ ਖਾਸ ਕਰ ਤੇ ਐਡਵੋਕੇਟ ਜਨਰਲ ਦੱਸ ਸਕਦਾ ਹੈ ਕਿ ਅੱਜ ਤਰੀਕ ਜਿਹੜੀ ਹੈ ਉਹ ਮਾਨਯੋਗ ਅਦਾਲਤ ਨੇ ਅੱਗੇ ਕਿਉਂ ਪਾਈ ਹੈ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਪੰਜਾਬ ਦੇ ਵੱਖੋ ਵੱਖਰੇ ਮੁੱਦਿਆਂ 'ਤੇ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਆਓ ਉਹਨਾਂ ਦਾ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜੇਕਰ ਗੱਲ ਕੀਤੀ ਜਾਵੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ, ਤਾਂ ਲਗਾਤਾਰ ਉਹ ਸਰਗਰਮ ਦਿਖਾਈ ਦੇ ਰਹੇ ਨੇ। ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਮਿਤ ਸ਼ਾਹ ਨਾਲ ਮੀਟਿੰਗ ਕਰਨ ਦਿੱਲੀ ਜਾ ਰਹੇ ਨੇ। ਕਿਹਾ ਵੀ ਜਾ ਰਿਹਾ ਕਿ ਉਹ ਸੋਨੀਆ ਗਾਂਧੀ ਨੂੰ ਵੀ ਮਿਲ ਸਕਦੇ ਨੇ। ਦੇਖੋ, ਅਜੇ 10 ਦਿਨ ਹੋਏ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਰਜਭਾਰ ਸੰਭਾਲਿਆ ਜੀ। 2 ਕੁ ਦਿਨ ਤਾਂ ਉਹਨਾਂ ਨੇ ਧਾਰਮਿਕ ਸਥਾਨਾਂ 'ਤੇ ਜਾਣਾ ਮੁਨਾਸਬ ਸਮਝਿਆ ਗਏ। ਉਸ ਤੋਂ ਬਾਅਦ ਉਹਨਾਂ ਨੇ ਲਗਾਤਾਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਵਾਰ ਆਸ ਨਹੀਂ ਹੁੰਦੀ, ਆਸ ਤੋਂ ਉਲਟ ਬਹੁਤ ਕੁਝ ਹੋ ਜਾਂਦਾ। ਸ਼ੁਰੂਆਤੀ ਦੌਰ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ, ਭਾਵੇਂ ਅਸਤੀਫਾ ਦੇ ਚੁੱਕੇ ਨੇ, ਉਹਨਾਂ ਐਂ ਲੱਗਦਾ ਵੀ ਜਿਵੇਂ ਉਹ ਚੰਨੀ ਦਾ ਹੱਥ ਫੜ ਕੇ ਚਲਾਉਣ ਦਾ ਯਤਨ ਕਰ ਰਹੇ ਨੇ ਜੀ। ਹੌਲੀ ਹੌਲੀ ਚੰਨੀ ਸਾਹਿਬ ਨੇ ਆਪਦਾ ਰੰਗ ਦਿਖਾਇਆ, ਆਪਣੀ ਪ੍ਰਤਿਭਾ। ਕੋਈ ਜ਼ਰੂਰੀ ਨਹੀਂ ਹੁੰਦਾ ਕਿ ਇਹ ਚੀਜ਼ਾਂ, ਕਈ ਚੀਜ਼ਾਂ ਬੰਦਾ ਪੜ੍ਹਿਆ ਲਿਖਿਆ ਚੰਗਾ ਹੈ ਜੀ। ਉਹਨਾਂ ਨੇ ਲਗਾਤਾਰ ਕੰਮ ਕੀਤਾ। ਅੱਜ 5ਵਾਂ ਦੌਰਾ ਉਹਨਾਂ ਦਾ 10 ਦਿਨਾਂ 'ਚ ਦਿੱਲੀ ਦਾ। ਉਹ ਕੱਲ੍ਹ ਡੇਰਾ ਬਿਆਸ ਰਾਧਾ ਸਵਾਮੀ ਮੁਖੀ ਨੂੰ ਵੀ ਮਿਲ ਕੇ ਆਏ ਨੇ। ਨਾਲ ਉਹਨਾਂ ਦੇ ਅੱਧੀ ਦਰਜਨ ਦੇ ਕਰੀਬ ਉਹਨਾਂ ਦੇ ਵਿਧਾਇਕ ਤੇ ਮੰਤਰੀ ਵੀ ਸੀਗੇ। ਅੱਜ ਉਹਨਾਂ ਨੇ ਸ਼ਾਮ ਨੂੰ 6 ਵਜੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨੀ ਹੈ। ਔਰ ਤੁਸੀਂ ਦੇਖੋਗੇ ਕਿ ਜਿਹੜਾ ਰਾਜਨੀਤਿਕ ਲੋਕਾਂ ਨੇ ਰਾਜਨੀਤੀ ਤਾਂ ਕਰਨੀ ਹੁੰਦੀ ਹੈ, ਪਰ ਜਿਹੜਾ ਯੂਪੀ ਦੇ ਵਿੱਚ ਘਟਨਾ ਵਾਪਰੀ ਉਹਨੂੰ ਲੈ ਕੇ ਕੱਲ੍ਹ ਉਹ ਆਪਦੇ ਮੰਤਰੀ ਮੰਡਲ ਦੇ ਨਾਲ ਪਹਿਲਾਂ ਉਹਨਾਂ ਨੇ ਮੰਤਰੀ ਮੰਡਲ ਇਕੱਠਾ ਕਰਕੇ 2 ਮਿੰਟ ਮੌਨ ਧਾਰ ਕੇ ਜਿਹੜੇ ਸ਼ਹੀਦ ਹੈ ਉੱਥੋਂ ਦੇ, ਜਿਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ, ਨੌਜਵਾਨਾਂ ਦੀਆਂ ਤੇ ਹੋਰਾਂ ਦੀਆਂ, ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਯੂਪੀ ਜਾਣ ਵਾਸਤੇ ਇਜਾਜ਼ਤ ਮੰਗੀ, ਨਹੀਂ ਮਿਲੀ। ਉਹਨਾਂ ਦੇ ਉਪ ਮੁੱਖ ਮੰਤਰੀ ਦੀ ਅਗਵਾਈ ਵਿੱਚ ਪਹਿਲਾਂ ਉਹਨਾਂ ਨੂੰ ਹਵਾਈ ਚੌਪਰ ਉਤਰਨ ਦੀ ਆਗਿਆ ਨਹੀਂ ਦਿੱਤੀ ਗਈ। ਬਾਅਦ ਦੇ ਵਿੱਚ ਉਹ ਸੜਕ ਦੇ ਰਸਤਿਓਂ ਸੁਖਜਿੰਦਰ ਸਿੰਘ ਰੰਧਾਵਾ, ਕੁਲਦੀਪ ਸਿੰਘ ਵੈਦ, ਮਿਸਟਰ ਜੀਰਾ, ਹੋਰ ਜਿਹੜੇ ਆਗੂ ਸੀ ਉਹਨਾਂ ਦੇ ਵਿਧਾਇਕ ਸੀ, ਉਹ ਗਏ। ਉਹਨਾਂ ਨੂੰ ਨਹੀਂ ਜਾਣ ਦਿੱਤਾ। ਉਹ ਦੇਖਿਆ ਤੁਸੀਂ ਤਸਵੀਰਾਂ ਦੇ ਵਿੱਚ ਕਿ ਚੌਕੀ ਦੇ ਵਿੱਚ ਬੈਠ ਕੇ ਹੀ ਉਹ ਸ਼ਾਮ ਦਾ ਲੰਗਰ ਛਕ ਰਹੇ ਨੇ ਜੀ। ਬਾਅਦ ਦੇ ਵਿੱਚ ਉਹਨਾਂ ਨੂੰ ਛੱਡ ਵੀ ਦਿੱਤਾ ਗਿਆ, ਕਿਉਂਕਿ ਇਹ ਸਿਆਸੀ ਤੌਰ 'ਤੇ ਹੁੰਦਾ, ਛੱਡਿਆ ਜਾਂਦਾ ਹੈਗਾ। ਤਾਂ 6 ਵਜੇ ਉਹਨਾਂ ਨੇ ਅੱਜ ਉੱਥੇ ਜਾਣਾ। ਉਸ ਤੋਂ ਪਹਿਲਾਂ ਦੁਪਹਿਰ ਦਾ ਭੋਜਨ ਕਹਿੰਦੇ ਜੈਪੁਰ ਜਿਹੜੇ ਗਹਿਲੋਤ ਸਾਹਿਬ ਨੇ ਮੁੱਖ ਮੰਤਰੀ ਰਾਜਸਥਾਨ ਦੇ, ਉਹਨਾਂ ਨੇ ਰੱਖਿਆ ਹੋਇਆ ਸੀ। ਉਹਨਾਂ ਦਾ 11:15 ਤੋਂ ਲੈ ਕੇ ਕੋਈ 1:30 ਵਜੇ ਤੱਕ ਉੱਥੋਂ ਦਾ ਸਮਾਗਮ ਦਾ ਪ੍ਰੋਗਰਾਮ ਹੈ ਜੈਪੁਰ ਦਾ। ਜੈਪੁਰ ਤੋਂ ਬਾਅਦ ਉਹਨਾਂ ਨੇ ਫਿਰ ਦਿੱਲੀ ਆ ਜਾਣਾ। ਦਿੱਲੀ ਆ ਕੇ ਉਹਨਾਂ ਨੇ 6 ਵਜੇ ਗ੍ਰਹਿ ਮੰਤਰੀ ਨਾਲ ਇਹ ਲਖੀਮਪੁਰ ਖੇੜੀ ਜਿਹੜਾ ਪਿੰਡ ਹੈ, ਜ਼ਿਲ੍ਹਾ ਜਿਹੜਾ ਹੈਗਾ, ਉਹਦੇ ਸੰਬੰਧ ਦੇ ਵਿੱਚ ਮੁਲਾਕਾਤ ਕਰਨੀ ਹੈ ਕਿ ਜੋ ਉੱਥੇ ਵਾਪਰਿਆ ਉਹ ਮੰਦਭਾਗਾ। ਔਰ ਕੱਲ੍ਹ ਹੀ ਨਵਜੋਤ ਸਿੰਘ ਸਿੱਧੂ ਹੋਰੀ ਜਾਂਦੇ ਨੇ ਗਵਰਨਰ ਹਾਊਸ ਦੇ ਬਾਹਰ। ਉੱਥੇ ਉਹ ਮਤਲਬ ਉਹਨਾਂ ਨੂੰ ਹਿਰਾਸਤ 'ਚ ਲਿਆ ਜਾਂਦਾ ਹੈ। ਔਰ ਪ੍ਰਧਾਨ ਮੰਤਰੀ ਦੇ ਨਾਂ 'ਤੇ ਚੰਨੀ ਸਾਹਿਬ ਨੇ ਮੈਮੋਰੰਡਮ ਦਿੱਤਾ, ਮੈਮੋਰੰਡਮ ਗਵਰਨਰ ਸਾਹਿਬ ਨੂੰ ਦੇ ਦਿੱਤਾ। ਕੱਲ੍ਹ ਕਈ ਕਿਸਾਨ ਜਥੇਬੰਦੀਆਂ ਨੇ ਰਾਸ਼ਟਰਪਤੀ ਦੇ ਨਾਂ ਦੇ ਉੱਤੇ ਵੀ ਜਿਹੜਾ ਹੈਗਾ ਇਹ ਆਪਣਾ
ਰੋਸ ਪ੍ਰਦਰਸ਼ਨ ਕੀਤੇ ਨੇ। ਜੀ। ਸੋ ਮੇਰੇ ਕਹਿਣ ਦਾ ਮਤਲਬ ਕਿ ਜਿਵੇਂ ਜਿਵੇਂ ਸਮਾਂ ਮਿਲ ਰਿਹਾ ਹੈ ਉਹਦੇ ਵਿੱਚ ਚੰਨੀ ਸਾਹਿਬ ਕਾਫੀ ਤੇਜ਼ੀ ਦੇ ਨਾਲ ਕੰਮ ਕਰ ਰਹੇ ਨੇ। ਚੰਗੀ ਗੱਲ ਹੈ ਕਿ ਲੰਬੇ ਸਮੇਂ ਤੋਂ ਬਾਅਦ ਇੰਨੀਆਂ ਮੁਲਾਕਾਤਾਂ ਤਾਂ 4.5 ਸਾਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਕੀਤੀਆਂ ਹੋਣੀਆਂ ਜਾ ਕੇ। ਜੀ। ਭਾਵੇਂ ਆਪਦੇ ਵੱਲੋਂ ਫਰਜ਼ ਤਾਂ ਅਦਾ ਕਰਦੇ ਆ ਨਾ, ਝੋਨੇ ਵਾਸਤੇ ਪ੍ਰਧਾਨ ਮੰਤਰੀ ਨੂੰ ਮਿਲਣ ਤਾਂ ਗਏ। ਜੀ। ਸੋ ਕਿਸਾਨਾਂ ਨੇ ਆਪਣੀ ਜ਼ੋਰ ਜਮਾਈ ਕੀਤੀ, ਉਹਨਾਂ ਨੇ ਸੰਘਰਸ਼ ਕੀਤਾ। ਉਹਦੇ ਵਿੱਚ ਜੇ ਆਪਾਂ ਕਹੀਏ ਕਿ 50% ਕਿਸਾਨਾਂ ਦਾ 1% ਉਹਨਾਂ ਦਾ ਕਹੀਏ ਰਲ ਮਿਲ ਕੇ 51 ਹੋ ਗਏ। ਜੀ। ਸੋ ਬੰਦਾ ਯਤਨ ਕਰ ਰਿਹਾ ਹੈਗਾ, ਉਹਦੇ ਨਤੀਜੇ ਕੀ ਆਉਣਗੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਇਸ ਕਰਕੇ ਜਿਹੜਾ ਚੰਨੀ ਸਾਹਿਬ ਨੇ ਮਤਲਬ ਲਗਾਤਾਰ ਅੱਜ ਜਿਵੇਂ ਤੁਸੀਂ ਉਹ ਦੱਸ ਰਹੇ ਹੋ ਉਹਨਾਂ ਦੇ ਨਾਲ ਕਹਿੰਦੇ ਆ ਵੀ ਕੁਲਜੀਤ ਸਿੰਘ ਨਾਗਰਾ ਅਤੇ ਰਵਨੀਤ ਬਿੱਟੂ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਵੀ ਸ਼ਾਇਦ ਨਾਲ ਜਾ ਰਹੇ ਨੇਗੇ। ਇਹ ਵੀ ਪਤਾ ਲੱਗਿਆ ਕਿ ਬੀਬੀ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਹੋ ਸਕਦੀ ਹੈ, ਕਿਉਂਕਿ ਪੰਜਾਬ ਦਾ ਇੱਕ ਬਕਾਇਆ ਕੰਮ ਪਿਆ ਹੈ। ਨਵਜੋਤ ਸਿੰਘ ਸਿੱਧੂ ਰੁੱਸ ਕੇ ਉਹਨਾਂ ਮੁੱਦਿਆਂ ਦੇ ਉੱਤੇ ਘਰੇ ਖੜੇ ਨੇ। ਜੇ ਉਹਨਾਂ ਨੇ ਨਾਲੋਂ ਨਾਲ ਤੁਰੰਤ ਅਸਤੀਫਾ ਦੇ ਦਿੱਤਾ, ਅਸਤੀਫਾ ਅਜੇ ਲਟਕਦਾ ਤੁਰਿਆ ਫਿਰਦਾ, ਇਹ ਦੇਖਣਾ ਪਵੇਗਾ ਵੀ ਕਿਤੇ ਇਹ ਨਾ ਹੋਵੇ ਕਿ ਅਗਲੇ ਸਮੇਂ ਦੇ ਵਿੱਚ ਇਹ ਲੀਡਰ ਬਦਲੇ ਹੀ ਨਾ ਜਾਵੇ। ਜੀ। ਸੋ ਇਸ ਵੇਲੇ ਅਜੀਬ ਕਿਸਮ ਦਾ ਸਥਿਤੀ ਦੇ ਵਿੱਚ ਹੈ। ਮੇਰੇ ਖਿਆਲ ਵਿੱਚ ਹਾਈ ਕਮਾਨ ਨੂੰ, ਨਵਜੋਤ ਸਿੰਘ ਸਿੱਧੂ ਨੂੰ, ਮੁੱਖ ਮੰਤਰੀ ਚੰਨੀ ਨੂੰ, ਇਹਨਾਂ ਸਾਰਿਆਂ ਨੂੰ ਬੈਠ ਕੇ ਇਹ ਰੁੱਸਣ ਦਾ ਸਮਾਂ ਨਹੀਂ ਹੈਗਾ। ਜੀ। ਨਵਜੋਤ ਸਿੰਘ ਸਿੱਧੂ ਜਿਹੜੀ ਗੱਲ ਕਹਿੰਦੇ ਨੇ, ਉਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਕਦਮ ਨੂੰ ਉਠਾ ਲਿਆ। ਜੀ। 10 ਬੰਦਿਆਂ ਦਾ ਪੈਨਲ ਬਣਾ ਕੇ ਭੇਜਤਾ। ਜੀ। ਉਹ ਆਏਗਾ ਤੇ ਪਤਾ ਲੱਗ ਜਾਵੇਗਾ ਵੀ ਉਹ 3 ਬੰਦਿਆਂ ਦੀ ਲਿਸਟ ਆਊਗੀ, 3 ਦੇ ਵਿੱਚੋਂ ਜਿਹੜਾ ਫਿਰ ਨਵਜੋਤ ਸਿੰਘ ਸਿੱਧੂ ਹੋਰੀ ਕਹਿਣਗੇ ਉਹਨੂੰ DGP ਲਾ ਦਿੱਤਾ ਜਾਊਗਾ। ਪਰ ਐਡਵੋਕੇਟ ਜਨਰਲ ਵਾਲੇ ਮਾਮਲੇ ਦੇ ਵਿੱਚ ਵੀ ਪੰਜਾਬ ਸਰਕਾਰ ਨੂੰ ਤੁਰੰਤ ਫੈਸਲਾ ਕਰਨਾ ਚਾਹੀਦਾ। ਅੜਿੱਕੇ ਨਹੀਂ ਇਹਦੇ 'ਚ ਪੈਣੇ ਚਾਹੀਦੇ। ਭਾਵੇਂ ਉਹਨਾਂ ਨੇ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੂੰ ਨਿਯੁਕਤ ਕਰ ਲਿਆ। ਮਤਲਬ ਉਹਨਾਂ ਨੂੰ ਜੇ ਐਡਵੋਕੇਟ ਜਨਰਲ ਦੀ ਤਬਦੀਲੀ ਕਰਨੀ ਪੈਂਦੀ ਹੈ ਕਿਉਂਕਿ ਉਹਨਾਂ ਨੇ ਸਮਿਤ ਸੈਣੀ ਦੀ ਜਮਾਨਤਾਂ ਕਰਾਈਆਂ ਨੇ, ਉਹ ਇਲਜ਼ਾਮ ਉਹਨਾਂ 'ਤੇ ਹੈਗਾ। ਤਾਂ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਜੇ ਬਦਲ ਲੈ ਕੇ ਕਿਸੇ ਹੋਰ ਸੀਨੀਅਰ ਬੰਦੇ ਨੂੰ, ਜਿਨ੍ਹਾਂ ਨੂੰ ਆ ਬੈਂਸ ਸਾਹਿਬ ਨੂੰ ਲਾਇਆ, ਇਹਨਾਂ ਨੂੰ ਲਾ ਲਓ, ਸਾਰਿਆਂ ਨੂੰ ਪ੍ਰਵਾਨ ਹੋਊਗਾ। ਜਸਟਿਸ ਅਜੀਤ ਸਿੰਘ ਬੈਂਸ ਦੇ ਸਪੁੱਤਰ ਨੇ ਉਹ, ਖਾਨਦਾਨੀ ਪਰਿਵਾਰ ਆ, ਬੜੇ ਵਧੀਆ ਸ਼ਖਸੀਅਤ ਨੇ, ਇਮਾਨਦਾਰ ਨੇ। ਸੋ ਮੈਨੂੰ ਲੱਗਦਾ ਕਿ ਕਾਂਗਰਸ ਨੇ ਜੇ ਸਮਾਂ ਥੋੜ੍ਹਾ ਕੰਮ ਕਰਨਾ ਹੈ, ਫਿਰ ਉਹਨਾਂ ਨੂੰ ਜਿਹੜੇ ਆਪਦੇ ਆਪਸ ਵਿੱਚ ਦੀ ਰੌਲੇ ਗੋਲੇ ਨੇ ਇਹਨਾਂ ਨੂੰ ਨਿਬੇੜਨਾ ਚਾਹੀਦਾ ਹੈ। ਜੀ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ DGP ਦਿਨਕਰ ਗੁਪਤਾ ਦੀ, ਤਾਂ ਕਿਹਾ ਜਾ ਰਿਹਾ ਕਿ ਉਹਨਾਂ ਦਾ ਜਿਹੜਾ ਅਹੁਦਾ ਉਹ ਵੀ ਬਦਲਿਆ ਗਿਆ ਅਤੇ ਉਹਨਾਂ ਦੇ ਨਾਲ ਹੋਰ ਵੀ ਕਈ ਜਿਹੜੇ ਅਧਿਕਾਰੀ ਉਹ ਵੀ ਬਦਲੇ ਗਏ ਨੇ। ਦੇਖੋ, ਜਿਹੜਾ ਪੁਲਿਸ ਦੇ ਵਿੱਚ ਤਬਦੀਲੀ ਕੀਤੀ ਹੈ, ਪਹਿਲਾਂ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਲਾਇਆ ਗਿਆ ਸੀ ਕਿਉਂਕਿ ਦਿਨਕਰ ਗੁਪਤਾ ਛੁੱਟੀ 'ਤੇ ਚਲੇ ਗਏ ਸੀ, ਅਜੇ ਵੀ ਉਹ ਛੁੱਟੀ 'ਤੇ ਨੇ। ਜੀ। ਉਹਨਾਂ ਨੂੰ ਚੇਅਰਮੈਨ ਹਾਊਸਿੰਗ ਕਾਰਪੋਰੇਸ਼ਨ ਲਾਤਾ, ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ। ਜੀ। ਪਰ ਗੁਪਤਾ ਸਾਹਿਬ ਦੇ ਉੱਪਰ MK ਤਿਵਾੜੀ ਸਾਹਿਬ ਨੂੰ ਮੈਨੇਜਿੰਗ ਡਾਇਰੈਕਟਰ ਲਾਤਾ ਉੱਥੋਂ ਦਾ। ਜੀ। ਕਿਸੇ ਵੀ ਇੰਸਟੀਚਿਊਟ ਦੇ ਵਿੱਚ ਜਿਹੜਾ ਮੈਨੇਜਿੰਗ ਡਾਇਰੈਕਟਰ ਹੁੰਦਾ ਉਹ ਉੱਪਰ ਹੁੰਦਾ, ਚੇਅਰਮੈਨ ਉਸ ਤੋਂ ਹੇਠਾਂ ਹੁੰਦਾ, ਅਤੇ ਤਿਵਾੜੀ ਸਾਹਿਬ ਹੈ ਵੀ ਸੀਨੀਅਰ। ਜੀ। ਸੋ ਗੁਪਤਾ ਸਾਹਿਬ ਨੂੰ ਹੁਣ ਮਤਲਬ ਉਸ ਮਹਿਕਮੇ ਦੇ ਵਿੱਚ ਲਾਤਾ। ਭਾਵੇਂ 3-4 ਮਹੀਨਿਆਂ ਤੋਂ ਬਾਅਦ ਕੀ ਹੁੰਦਾ ਕੀ ਨਹੀਂ ਹੁੰਦਾ ਤਾਂ ਸਮਾਂ ਦੱਸੇਗਾ, ਪਰ ਉਹਨਾਂ ਨੂੰ ਉਧਰ ਲਾ ਦਿੱਤਾ। ਇਸ ਤੋਂ ਇਲਾਵਾ ਕੁਝ ਅਧਿਕਾਰੀਆਂ ਦੇ IAS ਅਧਿਕਾਰੀਆਂ ਦੇ ਤਬਾਦਲੇ ਕੀਤੇ ਨੇ। ਖਾਸ ਕਰ ਅੱਧੀ ਦਰਜਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਬਦਲ ਦਿੱਤੇ ਨੇ। ਪਰ ਇਹਦੇ ਵਿੱਚ ਇੱਕ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ, ਜਿਹੜਾ ਮਾਮਲਾ ਨਵਜੋਤ ਸਿੰਘ ਸਿੱਧੂ ਵੀ ਵਾਰ-ਵਾਰ ਉਠਾਉਂਦੇ ਨੇ ਕਿ ਬਿਜਲੀ ਨਿਗਮ ਦਾ ਜਿਹੜਾ ਪ੍ਰਬੰਧਕ ਨਿਰਦੇਸ਼ਕ ਹੈ CMD ਵੇਣੂ ਪ੍ਰਸ਼ਾਦ, ਉਹਨੂੰ ਨਾਲ ਟਰਾਂਸਮਿਸ਼ਨ ਦਾ ਚਾਰਜ ਵੀ ਦੇਤਾ। ਇਲਜ਼ਾਮ ਤਾਂ ਸਾਰਾ ਉਸੇ 'ਤੇ ਲੱਗਦਾ ਹੈ ਕਿ ਜਿਹੜੇ ਇਹ ਸਮਝੌਤੇ ਕਰਾਏ ਬਿਜਲੀ ਕੰਪਨੀਆਂ ਦੇ ਨਾਲ, ਉਹ ਮਨਪ੍ਰੀਤ ਸਿੰਘ ਉਦੋਂ ਵਿੱਤ ਮੰਤਰੀ ਹੁੰਦਾ ਸੀ ਅਕਾਲੀ ਦਲ ਦਾ। ਉਦੋਂ ਬਾਅਦ ਇਹ ਅਧਿਕਾਰੀ ਨਾਲ ਸੀ। ਚਰਚਾ ਇਹ ਸੀ ਪਿਛਲੇ ਸਮੇਂ ਤੋਂ ਕਿ ਇਹਨੂੰ ਬਦਲਿਆ ਜਾਊਗਾ, ਕਿਸੇ ਹੋਰ ਨੂੰ ਲਿਆਂਦਾ ਜਾਊਗਾ। ਉਹ ਵੇਣੂ ਪ੍ਰਸ਼ਾਦ ਨੂੰ ਹੀ ਦੁਬਾਰਾ ਜਿਹੜਾ ਹੈਗਾ ਉੱਥੇ ਲਾ ਦਿੱਤਾ ਗਿਆ। ਇਹ ਆਪਣੇ ਆਪ ਚਰਚਾ ਦਾ ਵਿਸ਼ਾ ਹੈ ਕਿ ਇਹਦੇ ਬਾਰੇ ਵਿੱਚ ਚੰਨੀ ਸਾਹਿਬ ਆਪ ਦਾ ਕੀ ਸਟੈਂਡ ਲੈਂਦੇ ਨੇ, ਵੀ ਕਿਉਂ ਉਹਨਾਂ ਨੂੰ ਜਿਹੜਾ ਬੰਦਾ ਲੰਬੇ ਸਮੇਂ ਤੋਂ ਉੱਥੇ ਹੀ ਤਾਇਨਾਤ ਹੈ ਉਹਨੂੰ ਕਿਉਂ ਉੱਥੇ ਰੱਖਿਆ ਗਿਆ। ਇਹ ਚਰਚਾ ਦਾ ਵਿਸ਼ਾ। ਇਹਦਾ ਜਵਾਬ ਮੁੱਖ ਮੰਤਰੀ ਨੂੰ ਦੇਣਾ ਚਾਹੀਦਾ। 3 ਦਰਜਨ ਦੇ ਕਰੀਬ ਜਿਹੜੇ IAS ਤੇ PC ਅਧਿਕਾਰੀ ਹੈ
ਉਹ ਕੱਲ੍ਹ ਬਦਲ ਦਿੱਤੇ ਗਏ ਨੇ। 2 ਜਿਹੜੇ ਇਹ IPS ਅਧਿਕਾਰੀ ਸੀ ਸੀਨੀਅਰ, ਇਹਨਾਂ ਨੂੰ ਬਦਲਿਆ ਗਿਆ। ਉਮੀਦ ਇਹ ਹੈ ਕਿ ਅਗਲੇ ਦਿਨਾਂ ਦੇ ਵਿੱਚ ਹੋਰ ਨਿਯੁਕਤੀਆਂ ਵੀ ਜ਼ਿਲ੍ਹਾ ਪੁਲਿਸ ਮੁਖੀ ਤੇ ਪੁਲਿਸ ਦੇ ਵਿੱਚ ਵੀ ਵੱਡੇ ਪੱਧਰ ਤੇ ਹੋਣਗੀਆਂ ਜੀ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਉੱਥੇ ਸ਼ਹੀਦ ਹੋਏ ਨੇ ਕਿਸਾਨ ਯੂਪੀ ਦੇ ਵਿੱਚ, ਤਾਂ ਅਸੀਂ ਉਹਨਾਂ ਦਾ ਜਿਹੜਾ ਉਹ ਭੋਗ ਤੇ ਵੀ ਜਾਵਾਂਗੇ। ਇਸ ਤੋਂ ਇਲਾਵਾ ਉਹਨਾਂ ਦੇ ਨਾਲ ਕੈਪਟਨ ਹਰਮਿੰਦਰ ਸਿੰਘ ਜਿਹੜੇ ਉਹਨਾਂ ਨੇ ਪਾਰਟੀ ਦੇ ਵਿੱਚ ਜੁਆਇਨ ਕਰ ਗਏ ਜੀ। ਦੇਖੋ, ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਇਹ ਵਫਾਦਾਰੀਆਂ ਇੱਕ ਦੂਜੇ ਪਾਸੇ ਬਦਲੀਆਂ ਜਾਂਦੀਆਂ ਨੇ। ਇਹਨਾਂ ਨੇ ਸੁਲਤਾਨਪੁਰ ਤੋਂ ਉਹਨੂੰ ਕੈਪਟਨ ਹਰਮਿੰਦਰ ਸਿੰਘ ਨੂੰ ਪ੍ਰਧਾਨ ਵੀ ਬਣਾਇਆ ਹੈਗਾ ਨਾ, ਟਿਕਟ ਦਿੱਤੀ ਹੈ ਜੀ। ਕਈ ਥਾਵਾਂ ਤੋਂ ਟਿਕਟਾਂ ਦੇਤੀਆਂ ਨੇ ਜਿੱਥੇ ਅਕਾਲੀ ਬਹੁਤ ਸਾਰੇ ਪਹਿਲਾਂ ਜਿਹੜੇ ਇਹ ਚਾਹੁੰਦੇ ਸੀ ਵੀ ਸਾਨੂੰ ਟਿਕਟਾਂ ਮਿਲਣੀਆਂ ਨੇ, ਇਹ ਤੁਸੀਂ ਗਾਹਾਂ ਚੱਲਿਓ, ਇਹਨਾਂ ਦਾ ਜਿਹੜਾ ਦਫਾੜ ਅਜੇ ਪੈਣਾ ਹੈ। ਭਾਵੇਂ ਸੁਖਬੀਰ ਸਿੰਘ ਪਹਿਲ ਕਰੀ ਜਾਂਦੇ ਨੇ, ਸਭ ਤੋਂ ਅੱਗੇ ਜਾ ਕੇ ਉਹ ਇਹ ਸਾਰਾ ਕੁਝ ਕਰਦੇ ਪਏ ਨੇ। ਦੂਜਾ, ਅੱਜ ਉਹਨਾਂ ਨੇ ਅਕਾਲੀ ਦਲ ਦੇ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰੇ ਦਾ ਇੱਕ ਬਿਆਨ ਆਇਆ ਕਿ ਅਸੀਂ ਤਾਂ ਜੀ ਹੁਣ ਭੋਗ ਤੇ ਜਾਵਾਂਗੇ ਉੱਥੇ, ਕਿਉਂਕਿ ਉੱਥੇ ਜਾਣ ਤਾਂ ਕੋਈ ਦਿੰਦਾ ਨਹੀਂ, ਰੋਕ ਲੈਂਦੇ ਆ ਜੀ। ਅਸਲ ਦੇ ਵਿੱਚ ਇਸ ਇਸ਼ੂ ਦੇ ਵਿੱਚ ਅਕਾਲੀ ਦਲ ਪਛੜ ਗਿਆ ਦੂਜੀਆਂ ਪਾਰਟੀਆਂ ਦੇ ਨਾਲੋਂ ਜੀ। ਆਮ ਆਦਮੀ ਪਾਰਟੀ ਰਗਬ ਚੱਡਾ ਦੀ ਅਗਵਾਈ ਵਿੱਚ ਜੀ ਉੱਥੇ ਪਹੁੰਚ ਗਈ ਹੈ ਜੀ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਜੀ, ਪ੍ਰੋਫੈਸਰ ਬਲਜਿੰਦਰ ਕੌਰ ਜੀ, ਕੁਲਤਾਰ ਸਿੰਘ ਸੰਧਮਾ, ਜੀ, ਇਹ ਸਾਰੇ ਆਗੂ ਉੱਥੇ ਲਖਨਊ ਪਹੁੰਚ ਗਏ ਨੇ ਹਵਾਈ ਜਹਾਜ਼ ਰਾਹੀਂ। ਅੱਗੇ ਉਹਨਾਂ ਨੂੰ ਲਖੀਮਪੁਰ ਜਾਣ ਦਿੰਦੇ ਨੇ ਕਿ ਨਹੀਂ ਜਾਣ ਦਿੰਦੇ, ਪਰ ਉਹਨਾਂ ਨੇ ਆਪਣੀ ਹਾਜ਼ਰੀ ਤਾਂ ਲਵਾ ਲਈ ਨਾ ਜੀ। ਕਾਂਗਰਸ ਵੱਲੋਂ ਮੁੱਖ ਮੰਤਰੀ ਚੰਨੀ ਨੇ ਜਾਣ ਦਾ ਯਤਨ ਕੀਤਾ, ਜਾਂ ਸੁਖਜਿੰਦਰ ਸਿੰਘ ਰੰਧਾਵੇ ਹੋਰੀ ਉੱਥੇ ਚਲੇ ਗਏ। ਜੀ। ਕਿਸਾਨ ਜਥੇਬੰਦੀਆਂ ਬਹੁਤ ਸਾਰੀਆਂ ਦੇ ਆਗੂ ਉੱਥੇ ਟਕੈਤ ਸਾਹਿਬ ਤੇ ਹੋਰ ਪਹੁੰਚ ਗਏ ਨੇ। ਜੀ। ਸੋ ਇਉਂ ਲੱਗਦਾ ਕਿ ਇਹਦੇ ਵਿੱਚ ਜਿਹੜੀ ਅਕਾਲੀ ਦਲ ਦੀ ਥੋੜ੍ਹੀ ਜਿਹੀ ਹਾਜ਼ਰੀ ਢਿੱਲੀ ਮੱਠੀ ਵਾਲੀ ਹੈ, ਇਹਦੇ ਵਿੱਚ ਪਾਰਟੀ ਪ੍ਰਧਾਨ ਸਾਹਿਬ ਨੂੰ ਥੋੜ੍ਹਾ ਜਿਹਾ ਇਹਨਾਂ ਨੂੰ ਕੱਸਣਾ ਚਾਹੀਦਾ। ਚੋਣਾਂ ਦਾ ਸਮਾਂ, ਚੋਣਾਂ ਦੇ ਸਮੇਂ ਦੇ ਮੌਕੇ ਰਾਜਸੀ ਪਾਰਟੀਆਂ ਨੇ ਰਾਜਸੀ ਲਾਹੇ ਲੈਣੇ ਹੁੰਦੇ ਨੇ। ਕੋਈ ਮਰੇ ਭਾਵੇਂ ਜੀ ਇਹ ਸੁਥਰਾ ਘੋਲ ਪਤਾਸੇ ਪੀਏ, ਉਹਨਾਂ ਨੇ ਤਾਂ ਵੋਟ ਰਾਜਨੀਤੀ ਕਰਨੀ ਹੈ, ਹਰ ਥਾਂ ਤੋਂ ਵੋਟ ਲੱਭਣੀ ਹੈ। ਹੁਣ ਜੇ ਭੋਗ ਤੇ ਸੱਦਾ ਦਿੱਤਾ ਤਾਂ ਚਲੇ ਜਾਣਗੇ, ਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਯੂਪੀ ਨੂੰ ਪਾਕਿਸਤਾਨ ਬਣਾ ਛੱਡਿਆ ਹੈਗਾ। ਉੱਥੇ ਐਂ ਆ ਵੀ ਜਿਵੇਂ ਖਾਸ ਕਰ ਉਹ ਜਿਹੜਾ ਲਖੀਮਪੁਰ ਏਰੀਆ ਹੈ ਉਹਦੇ ਵਿੱਚ ਬਹੁਤ ਗਿਣਤੀ ਪੰਜਾਬੀ ਭਾਈਚਾਰਾ ਰਹਿੰਦਾ ਹੈਗਾ, ਤੇ ਪੰਜਾਬ ਵਾਲਿਆਂ ਨੂੰ ਸਭ ਤੋਂ ਵੱਧ ਰੋਕਿਆ ਜਾ ਰਿਹਾ। ਕੱਲ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਵੀ ਬਹਿਸ ਦੇ ਨਜ਼ਰ ਆਏ। ਬੀਬੀ ਪ੍ਰਿੰਕਾ ਗਾਂਧੀ ਨੂੰ 30 ਘੰਟਿਆਂ ਤੋਂ ਵੱਧ ਸਮਾਂ ਹੋ ਗਿਆ ਉੱਥੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ, ਭਾਵੇਂ ਉਹ ਗੈਸਟ ਹਾਊਸ 'ਚ ਹੀ ਨੇ। ਤੇ ਹੁਣ ਪਤਾ ਲੱਗਿਆ ਕਿ ਦਫਾ 144 ਦੀ ਉਲੰਘਣਾ ਦਾ ਉਹਨਾਂ ਤੇ ਪਰਚਾ ਦਰਜ ਕਰਤਾ। ਉਹ SDM ਕੋਲੋਂ ਆਪਣੀ ਜ਼ਮਾਨਤ ਕਰਾਉਣ ਤਾਂ ਬਾਹਰ ਜਾਣਗੇ। ਸੋ ਬੀਬੀ ਪ੍ਰਿੰਕਾ ਗਾਂਧੀ ਦੇ ਨਾਲ 2 ਜਾਂ 3 ਬੰਦੇ ਸੀ, 4 ਜਾਂ 4 ਤੋਂ ਵੱਧ ਨਹੀਂ ਸੀ, ਤਾਂ 4 ਜਾਂ 4 ਤੋਂ ਵੱਧ ਵਾਲ ਤਾਂ ਹੋਰ ਬਥੇਰੇ ਉੱਥੇ ਗਏ ਹੋਏ ਨੇ। ਸੋ ਇਸ ਵੇਲੇ ਜਿਹੜੀ ਗੱਲਬਾਤ ਚੱਲ ਰਹੀ ਆ, ਇੱਕ ਭੰਗੂ ਜਦੋਂ ਤੋਂ ਇਹ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਣੀ ਹੈ, ਅੱਜ ਨਰਿੰਦਰ ਮੋਦੀ ਇੱਕ ਨਵੇਂ ਪ੍ਰੋਜੈਕਟ ਦਾ ਜਿਹੜੀਆਂ CNG ਤੇ ਵਹੀਕਲ ਚੱਲਣੇ ਨੇ ਉਹਦਾ ਉਦਘਾਟਨ ਕਰਨ ਵਾਸਤੇ ਲਖਨਊ ਗਏ ਸੀ। ਉੱਥੋਂ 161 ਕਿਲੋਮੀਟਰ ਹੈ ਇਹ ਜਿਹੜਾ ਲਖੀਮਪੁਰ ਹੈ। ਇੱਕ ਸ਼ਬਦ ਅਜੇ ਤੱਕ ਪ੍ਰਧਾਨ ਮੰਤਰੀ ਵੱਲੋਂ ਨਾ ਆਉਣਾ, ਉਹਦੇ ਗ੍ਰਹਿ ਮੰਤਰੀ ਵੱਲੋਂ ਨਾ ਆਉਣਾ, ਜਦੋਂ ਕਿ ਨਾਲ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਵੱਜਦਾ ਹੈ। ਯੂਪੀ ਦੇ ਉਪ ਮੁੱਖ ਮੰਤਰੀ ਜਿਹੜਾ ਆਪਣਾ ਕੇਸਵ ਪ੍ਰਸ਼ਾਦ ਮੌਰੀਆ ਹੈ, ਉਹਨੇ ਉੱਥੇ ਜਾਣਾ ਸੀ, ਜਿਹਦੇ ਕਰਕੇ ਕਿਸਾਨ ਉਹਦਾ ਵਿਰੋਧ ਕਰ ਰਹੇ ਸੀ। ਗ੍ਰਹਿ ਮੰਤਰੀ ਦਾ ਜਾਂ ਪ੍ਰਧਾਨ ਮੰਤਰੀ ਦਾ ਇਸ ਕਿਸਾਨਾਂ ਦੇ ਮੌਤ ਦੇ ਉੱਤੇ ਕੋਈ ਬਿਆਨ ਨਾ ਆਉਣਾ, ਇਹ ਤੋਂ ਲੱਗਦਾ ਕਿ ਇਹ ਸਾਰਾ ਕੁਝ ਮਿਲੀ ਭੁਗਤ ਇੱਕ ਸਾਜ਼ਿਸ਼ ਨਾਲ ਕੀਤਾ ਗਿਆ। ਇੱਕ ਪਾਸੇ ਕਿਸਾਨਾਂ ਤੇ ਗੱਡੀਆਂ ਚੜਾਈਆਂ ਗਈਆਂ, ਦੂਜੇ ਪਾਸੇ ਜਿਹੜਾ ਮਨੋਹਰ ਲਾਲ ਖੱਟੜ ਲੱਠ ਮਾਰਨ ਵਾਲੇ ਬਿਆਨ ਦਿੰਦਾ ਹੈਗਾ। ਇਹਦਾ ਮਤਲਬ ਤੀਜੇ ਪਾਸੇ ਕਿਸਾਨਾਂ ਨੂੰ ਖਦੇੜਨ ਵਾਸਤੇ ਸੁਪਰੀਮ ਕੋਰਟ ਦੀ ਤੋਂ ਦਾ ਸਹਾਰਾ ਵੀ ਲਿਆ ਜਾ ਰਿਹਾ ਹੈਗਾ। ਇਹ ਠੀਕ ਨਹੀਂ। ਯੂਪੀ ਦੇ ਵਿੱਚ ਚੋਣਾਂ ਆ ਰਹੀਆਂ ਨੇ, ਇਸ ਤਰ੍ਹਾਂ ਦੇ ਲੋਕਾਂ ਨੂੰ ਡਰਾ ਕੇ ਤੁਸੀਂ ਜੇ ਉੱਥੇ ਕੋਈ ਕੰਮ ਕਰੋਗੇ, ਇਹ ਦੇਸ਼ ਦੇ ਹਿੱਤ ਵਿੱਚ ਨਹੀਂ ਰਹਿਣਾ। ਇਹਨਾਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੂੰਹ ਪੱਟ ਆਗੂ ਨੇ, ਇਹਨਾਂ ਨੂੰ ਮਾੜਾ ਮੋਟਾ ਕੁਝ ਸੋਚਣਾ ਚਾਹੀਦਾ ਜੀ। ਉਧਰ ਜੇਕਰ ਯੂਪੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਯੂਪੀ ਸਰਕਾਰ ਨੇ ਯੂਪੀ ਦੇ ਵਿੱਚ ਪੰਜਾਬੀਆਂ ਦੀ ਜਿਹੜੀ ਐਂਟਰੀ ਆ, ਕਿਹਾ ਜਾ ਰਿਹਾ ਕਿ ਉਹ ਵੀ ਜਿਹੜੀ ਆ ਉਹ ਬੰਦ ਕਰ ਦਿੱਤੀ ਹੈ। ਮੈਂ ਪਹਿਲਾਂ ਹੀ ਕਹਿ ਕੇ ਹਟਿਆ ਜੀ ਵੀ ਐਂ ਕਰਦੇ ਵੀ ਜਿਵੇਂ ਪੰਜਾਬ ਪਾਕਿਸਤਾਨ ਹੁੰਦਾ ਹੈਗਾ ਜੀ। ਕਿਸੇ ਦਾ ਦਾਖਲਾ
ਇਹ ਜਿਹੜੇ ਲੋਕ ਹੈ ਉਹਨਾਂ ਦੇ ਪੰਜਾਬ ਦੇ ਵਿੱਚ ਬਹੁਤ ਰਿਸ਼ਤੇਦਾਰੀਆਂ ਨੇ ਜੀ, ਉਹਨਾਂ ਦੇ ਕੋਈ ਸਕੇ ਸੰਬੰਧੀ ਵੀ ਹੋ ਸਕਦੇ ਆ, ਸਮਾਜਿਕ ਸਮਾਗਮ ਹੈ, ਸੰਸਕਾਰ ਹੈ, ਉਹਦੇ ਅੰਗੀਠੇ ਦੀ ਰਸਮ ਹੋਣੀ ਆ, ਬਾਅਦ ਦੇ ਵਿੱਚ ਅੰਤਮ ਅਰਦਾਸ ਹੋਣੀ ਹੈ। ਉਹਨਾਂ ਨੂੰ ਰੋਕਣਾ ਇਹ ਮੰਦਭਾਗਾ ਹੈ। ਇਹ ਗ੍ਰਹਿ ਮੰਤਰੀ ਜਦੋਂ ਅੱਜ ਮੇਰਾ ਖਿਆਲ ਅਮਿਤ ਸ਼ਾਹ ਨੂੰ ਪ੍ਰਧਾਨ ਆਪਣਾ ਮੁੱਖ ਮੰਤਰੀ ਚੰਨੀ ਮਿਲਣਗੇ ਤਾਂ ਇਸ ਗੱਲ ਤੇ ਜ਼ਰੂਰ ਉਠਾਉਣਗੇ ਕਿ ਇਹ ਬੰਦ ਕੀਤਾ ਜਾਵੇ। ਇਹ ਬਾਅਦ ਦੇ ਵਿੱਚ ਵੀ ਤਾਂ ਲੋਕਾਂ ਨੇ ਇਕੱਲੇ ਕਰਕੇ ਪਹੁੰਚ ਜਾਣਾ ਹੈਗਾ। ਇਸ ਕਰਕੇ ਜਿਹੜੀ ਚੀਜ਼ ਨੂੰ ਜਿੰਨਾ ਦਬਾਇਆ ਜਾਊਗਾ ਉਹਦਾ ਉਨਾ ਪਸਾਰ ਹੁੰਦਾ, ਇਹ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਜੀ। ਜੇਕਰ ਗੱਲ ਕੀਤੀ ਜਾਵੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ, ਤਾਂ ਕਿਹਾ ਜਾ ਰਿਹਾ ਕਿ ਉਹ ਵੀ ਬਦਲੇ ਜਾ ਸਕਦੇ ਨੇ। ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਕਈ ਰਾਜਾਂ ਦੇ ਵਿੱਚ ਜਿਹੜੇ ਉਹ ਯੂਪੀ ਸਰਕਾਰ ਨੇ ਬੀਜੇਪੀ ਸਰਕਾਰ ਨੇ ਆਪਣੇ ਜਿਹੜੇ ਉਹ ਮੁੱਖ ਮੰਤਰੀ ਬਦਲੇ ਨੇ। ਬਿਲਕੁਲ ਬਦਲੇ ਨੇ ਜੀ। ਕਈ ਥਾਵਾਂ ਦੇ ਉੱਤੇ ਇਹ ਮੁੱਖ ਮੰਤਰੀ ਉੱਤਰਾਖੰਡ ਦੇ ਵਿੱਚ ਬਦਲਿਆ, ਗੁਜਰਾਤ 'ਚ ਬਦਲਿਆ, ਗੁਜਰਾਤ 'ਚ ਤਾਂ ਤਾਜ਼ਾ ਹੀ ਬਦਲ ਕੇ 4 ਰਾਜਾਂ 'ਚ ਬਦਲ ਚੁੱਕੇ ਨੇ ਇਹ ਜੀ। ਤਾਂ ਹੋ ਸਕਦਾ ਕਿਸਾਨਾਂ ਦੀ ਸਿੰਪਥੀ ਲੈਣ ਵਾਸਤੇ ਇਹ ਉਹਨੂੰ ਇਹ ਵੀ ਕੋਈ ਗੱਲ ਦਾ ਦੂਰ ਨਹੀਂ ਹੈਗਾ ਕਿ ਯੂਪੀ ਦਾ ਯੋਗੀ ਆਦਿੱਤਿਆਨਾਥ ਹੀ ਬਦਲ ਦਿੱਤਾ ਜਾਵੇ, ਕਿਉਂਕਿ ਚੋਣਾਂ ਵੋਟਾਂ ਲੈਣੀਆਂ ਨੇ ਉੱਥੇ। ਕਿਸੇ ਹੋਰ ਨੂੰ ਸਿਆਣੇ ਬੰਦੇ ਨੂੰ ਜਿਹੜਾ ਹੈਗਾ ਉਹ ਜਾ ਕੇ ਕੋਈ ਮੁੱਖ ਮੰਤਰੀ ਬਣਾਇਆ ਜਾ ਸਕਦਾ। ਇਹ 'ਚ ਕੋਈ ਅਤ ਕਥਨੀ ਨਹੀਂ, ਇਹ ਹੋ ਵੀ ਸਕਦਾ ਜੀ। ਉੱਧਰ ਜੇਕਰ ਗੱਲ ਕੀਤੀ ਜਾਵੇ ਯੂਪੀ 'ਚ ਜਿਹੜੇ ਆਪਣੀ ਜਾਨ ਗਵਾਉਣ ਵਾਲੇ ਕਿਸਾਨ ਸੀਗੇ, ਉਹਨਾਂ ਦੇ ਪਰਿਵਾਰਾਂ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਕਿ ਉਹਨਾਂ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਜਿੰਨਾ ਸਮਾਂ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ। ਦੇਖੋ, ਜਿਹੜਾ ਕੱਲ੍ਹ ਸਮਝੌਤਾ ਹੋਇਆ, ਉਹ ਸਮਝੌਤੇ ਦੇ ਵਿੱਚ ਇਹ ਹੋਇਆ ਸੀ ਕਿ ਉਹਨਾਂ 4 ਪਰਿਵਾਰਾਂ ਨੂੰ 45 ਲੱਖ ਤੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਜੀ। ਜਿਹੜੇ ਬੰਦੇ ਚਲੇ ਗਏ ਉਹ ਤਾਂ ਵਾਪਸ ਨਹੀਂ ਆਉਣੇ ਜੀ। ਉਹ ਪਤਾ ਲੱਗਿਆ ਵੀ ਲਵਪ੍ਰੀਤ ਸਿੰਘ ਦਾ ਪਰਿਵਾਰ ਇਹ ਗੱਲ ਕਹਿੰਦਾ ਹੈਗਾ ਕਿ ਪਹਿਲਾਂ ਸਾਨੂੰ ਇਨਸਾਫ ਮਿਲੇ, ਉਸ ਮੰਤਰੀ ਨੂੰ ਮੰਤਰੀ ਮੰਡਲ 'ਚੋਂ ਬਾਹਰ ਕੱਢਿਆ ਜਾਵੇ ਤੇ ਉਹਦੇ ਮੁੰਡੇ ਦੇ ਅਰੈਸਟ ਕੀਤਾ ਜਾਵੇ। ਕੇਸ ਤਾਂ ਦਰਜ ਹੋ ਗਿਆ, ਜਿਹੜੇ ਹੋਰ ਉਹਦੇ ਨਾਲ ਸੀ ਉਹਨਾਂ ਤੇ ਕੇਸ ਦਰਜ ਕੀਤਾ ਜਾਵੇ। ਗੱਲ ਤਾਂ ਠੀਕ ਹੈ। ਅਦਰਵਾਈਜ਼ ਵੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ, ਉਹਨਾਂ ਨੇ ਮੇਰੇ ਖਿਆਲ 1 ਮਹੀਨੇ ਦਾ ਸਰਕਾਰ ਨੇ ਕਿਹਾ ਸੀ ਕਿ 8 ਦਿਨਾਂ ਦੇ ਵਿੱਚ ਜਾਂ 10 ਦਿਨ ਦੇ ਵਿੱਚ ਅਸੀਂ ਉਹਦੀ ਅਰੈਸਟ ਪਾ ਦਾਂਗੇ। ਹਾਈ ਕੋਰਟ ਦੇ ਸੇਵਾ ਮੁਕਤ ਜੱਜ ਤੋਂ ਉਹਦੀ ਇਨਕੁਆਇਰੀ ਕਰਾ ਦਾਂਗੇ। ਇਨਕੁਆਇਰੀ ਵੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ, ਸਹੀ ਹੋਣੀ ਚਾਹੀਦੀ ਹੈ। ਤੇ ਜੇ 1 ਮਹੀਨੇ ਦਾ ਅਲਟੀਮੇਟਮ ਦਿੱਤਾ ਸੀ, ਜੇ 1 ਮਹੀਨੇ ਦੇ ਵਿੱਚ ਇੱਕ ਅਰੈਸਟ ਨਹੀਂ ਕਰਦੇ, ਇਨਸਾਫ ਨਹੀਂ ਦਿੰਦੇ, ਤਾਂ ਫਿਰ ਦੁਬਾਰਾ ਮੋਰਚਾ ਯੂਪੀ ਦੇ ਵਿੱਚ ਲੱਗ ਸਕਦਾ ਹੈ। ਇਹ ਹੁਣ ਪਰਿਵਾਰ ਦਾ ਆਪਣਾ ਫੈਸਲਾ ਇਹਦਾ ਕਿ ਉਹਨਾਂ ਨੇ ਉਦੋਂ ਤੱਕ ਸੰਸਕਾਰ ਨਹੀਂ ਕਰਨਾ। ਸੰਯੁਕਤ ਕਿਸਾਨ ਮੋਰਚਾ ਇਹਦੇ ਤੇ ਕੀ ਫੈਸਲਾ ਲੈਂਦਾ ਹੈ, ਇਹ ਉਹਨਾਂ ਦੀ ਮੀਟਿੰਗ ਤੋਂ ਬਾਅਦ ਪਤਾ ਚੱਲੇਗਾ। ਅੱਜ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਇੱਕ ਅਹਿਮ ਫੈਸਲਾ ਹੋਣਾ ਸੀਗਾ, ਜਿਸ ਦੀ ਤਰੀਕ ਆ ਜਿਹੜੀ ਉਹ ਅੱਗੇ ਪਾ ਦਿੱਤੀ ਗਈ ਹੈ ਜੀ। ਇਹ 2 ਵਾਰ ਤਰੀਕ ਅੱਗੇ ਪੈ ਗਈ ਹੈ ਜੀ। ਜਿਹੜੀ STF ਸਿਧਾਰਥ ਚਟੋਪਾਧਿਆ ਤੇ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੇ ਬੰਦ ਲਿਫਾਫੇ ਮਾਨਯੋਗ ਉੱਚ ਅਦਾਲਤ ਦੇ ਵਿੱਚ ਪਏ ਨੇ। ਉਹਨਾਂ ਦੀ ਅੱਜ ਸੁਣਵਾਈ ਹੋਣੀ ਸੀ। ਪਤਾ ਲੱਗਿਆ ਕਿ ਇਹ ਸੁਣਵਾਈ 12 ਸ਼ਾਇਦ ਅਕਤੂਬਰ ਨੂੰ ਪਾ ਦਿੱਤੀ ਗਈ ਹੈ। ਇਹਦੇ ਵਿੱਚ ਜਿਹੜਾ ਇਹਨਾਂ ਦਾ ਐਡਵੋਕੇਟ ਜਨਰਲ ਸਾਹਿਬ ਨਵਾਂ ਲਾਇਆ ਹੈ, ਉਹਨੇ ਕੋਈ ਰੰਗ ਦਿਖਾਇਆ ਕਿ ਨਹੀਂ ਦਿਖਾਇਆ ਪਤਾ ਨਹੀਂ। ਇਹਦੇ ਵਿੱਚ ਚਰਚਾ ਦਾ ਵਿਸ਼ਾ ਇਹ ਹੈ ਕਿ ਇਹਦੇ ਵਿੱਚ ਬਹੁਤ ਸਾਰੇ ਮਤਲਬ ਵੱਡੇ ਘਰਾਂ ਵੱਲ ਨੂੰ ਇਹਦਾ ਲਕੀਰਾਂ ਜਾਂਦੀਆਂ ਨੇ, ਇਹਦੀ ਜਾਂਚ ਦੀ ਉਧਰ ਨੂੰ ਜਾਂਦੀ ਹੈ। ਪਰ ਇੱਕ ਵਾਰ ਫੇਰ ਇਹਦਾ ਟਲ ਜਾਣਾ, ਉਹ ਲੋਕ ਜਿਨ੍ਹਾਂ ਨੂੰ ਬਹੁਤ ਵੱਡੀਆਂ ਆਸਾਂ ਵੱਜੀਆਂ ਸੀ ਕਿ ਅੱਜ ਇਹ ਹੋ ਜਾਣਾ, ਉਹਨਾਂ ਨੂੰ ਨਿਰਾਸ਼ਾ ਹੋਈ ਹੈ। ਇਹਦੇ ਬਾਰੇ ਤਾਂ ਪੰਜਾਬ ਦਾ ਮੁੱਖ ਮੰਤਰੀ, ਗ੍ਰਹਿ ਮੰਤਰੀ ਖਾਸ ਕਰ ਤੇ ਐਡਵੋਕੇਟ ਜਨਰਲ ਦੱਸ ਸਕਦਾ ਕਿ ਅੱਜ ਤਰੀਕ ਜਿਹੜੀ ਹੈ ਉਹ ਮਾਨਯੋਗ ਅਦਾਲਤ ਨੇ ਅੱਗੇ ਕਿਉਂ ਪਾਈ ਹੈ, ਕਿਹੜਾ ਅੜਿੱਕਾ ਉਹਦੇ ਵਿੱਚ ਪਾਇਆ ਗਿਆ। ਜੇ ਇਸੇ ਤਰ੍ਹਾਂ ਇਹ ਤਰੀਕਾਂ ਅੱਗੇ ਦੀ ਅੱਗੇ ਜਾਂਦੀਆਂ ਰਹੀਆਂ ਤਾਂ ਲੋਕਾਂ ਨੂੰ ਨਿਰਾਸ਼ਤਾ ਹੀ ਪੱਲੇ ਪਵੇਗੀ ਕਿ ਸਰਕਾਰਾਂ ਬਦਲ ਜਾਂਦੀਆਂ ਨੇ ਪਰ ਚਾਲਾਂ ਪੁਰਾਣੀਆਂ ਹੀ ਨੇ। ਇਸ ਕਰਕੇ ਜਿਹੜੀ ਨਵੀਂ ਸਰਕਾਰ ਆ ਉਹਦੀ ਜਵਾਬਦੇਹੀ ਹੈ, ਉਹਨੂੰ ਇਹਦੇ ਤੇ ਆਪਣਾ ਪ੍ਰਤੀਕਰਮ ਜ਼ਰੂਰ ਦੇਣਾ ਚਾਹੀਦਾ ਜੀ। ਜੇਕਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ BJP 'ਚ ਸ਼ਾਮਲ ਹੋ ਸਕਦੇ ਨੇ। ਫਿਰ ਕਿਹਾ ਜਾ ਰਿਹਾ ਸੀਗਾ ਜੀ ਉਹ ਆਪਣੀ ਪਾਰਟੀ ਬਣਾ ਸਕਦੇ ਨੇ। ਇਹ ਲੋਕਾਂ ਦੇ ਵਿੱਚ ਲਗਾਤਾਰ ਹਾਲੇ ਵੀ ਚਰਚਾਵਾਂ ਚੱਲ ਰਹੀਆਂ ਨੇ। ਦੇਖੋ, ਇਹ ਤਾਂ ਮਤਲਬ ਕੈਪਟਨ ਅਮਰਿੰਦਰ ਸਿੰਘ ਨੇ ਦੱਸਣਾ ਜੀ, ਇਹਦੇ ਵਿੱਚ ਨਾ ਕਿਸੇ ਨੇ ਕਰਨਾ, ਕਿਉਂਕਿ ਜਿਸ ਤਰ੍ਹਾਂ BJP ਦੀ ਚਾਰੇ ਪਾਸਿਓਂ ਤੋਏ ਹੋ ਰਹੀ ਹੈ ਜੀ, ਮੈਨੂੰ ਨਹੀਂ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ, ਜਿਵੇਂ ਪੰਜਾਬੀ ਦੀ ਕਹਾਵਤ ਹੈ ਵੀ ਆ ਬੈਲ ਮੁਝੇ ਮਾਰ ਜੀ, ਹੈ ਨਾ, ਉਹ ਇਹ ਅਜਿਹੀ ਸਥਿਤੀ ਦੇ ਵਿੱਚੋਂ ਆਪਣੇ ਸਿਰ ਤੇ ਲੈਣਗੇ। ਇਸ ਗੱਲ ਤੇ ਮੈਨੂੰ ਤਾਂ ਨਹੀਂ ਲੱਗਦਾ, ਪਰ ਆਪਣੀ ਪਾਰਟੀ ਉਹ ਬਣਾ ਸਕਦੇ ਆ, ਕਿਉਂਕਿ ਜਿਵੇਂ ਉਹ ਕਹਿ ਰਹੇ ਆ ਕਿ ਮੈਨੂੰ ਬਹੁਤ ਬੇਇੱਜ਼ਤ ਕਰਕੇ ਕੱਢਿਆ ਗਿਆ ਹੈਗਾ ਜੀ, ਤਾਂ ਇਹ ਸੋਚਿਆ ਵੀ ਜਾ ਸਕਦਾ ਹੈਗਾ ਕਿ ਉਹ ਕੋਈ, ਦੇਖੋ ਸਿਆਸੀ ਬੰਦੇ ਨੇ, ਸਿਆਸਤ ਤਾਂ ਕਰਨੀ ਹੁੰਦੀ ਹੈ ਤੇ ਸਿਆਸਤ ਉਹਨਾਂ ਦਾ ਧਰਮ ਹੈ ਜੀ।
ਕੀਤਾ ਵੀ ਜਾ ਸਕਦਾ ਹੈ ਕਿ ਉਹ ਨਵੀਂ ਪਾਰਟੀ, ਫਿਰ ਜੇ ਉਹਨਾਂ ਦਾ ਬੀਜੇਪੀ ਨਾਲ ਕੋਈ ਨਹੀਂ ਰਲੇਵਾਂ ਹੁੰਦਾ ਤਾਂ ਨਵੀਂ ਪਾਰਟੀ ਬਣਾ ਲੈਣਗੇ। ਦੂਜੇ ਵੀ ਕਈ ਜਿਹੜੇ ਨੇ, ਖਾਸ ਕਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਵੀ ਆਇਆ ਗਿਆ ਕਿ ਕੈਪਟਨ ਸਾਹਿਬ ਨਵੀਂ ਪਾਰਟੀ ਬਣਾਉਣ, ਅਸੀਂ ਉਹਨਾਂ ਨਾਲ ਅਲਾਇੰਸ ਮਤਲਬ ਜਦੋਂ ਉਹ ਕਾਂਗਰਸ 'ਚ ਨਾ ਰਹੇ ਤੇ ਭਾਰਤੀ ਜਨਤਾ ਪਾਰਟੀ ਦੇ ਨੂੰ ਛੱਡ ਕੇ ਇਹ ਆਗੂ ਤਾਂ ਕਹਿੰਦੇ ਆ ਕਿ ਬਾਕੀ ਕਿਸੇ ਵੀ ਪਾਰਟੀ ਨਾਲ ਸਾਡਾ ਸਮਝੌਤਾ ਹੋ ਸਕਦਾ ਹੈ। ਜੇ ਕੈਪਟਨ ਸਾਹਿਬ ਪਾਰਟੀ ਬਣਾਉਂਦੇ ਆ ਤਾਂ ਪੰਜਾਬ ਦੀ ਜਿਹੜੀ ਰਾਜਨੀਤਿਕ ਸਥਿਤੀ ਹੈ ਉਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਤਬਦੀਲੀ ਆਊਗੀ। ਇੱਕ ਦੂਜੀ ਚੀਜ਼ ਉਹਨਾਂ ਦੇ ਨਾਲ ਇਹ ਤਾਂ ਜ਼ਰੂਰ ਜਾਊਗੀ ਕਿ 4.5 ਸਾਲ ਉਹਨਾਂ ਨੇ ਲਾਤੇ ਲੱਤ ਰੱਖ ਕੇ ਬੈਠੇ ਰਹੇ, ਕੋਈ ਕੰਮ ਨਹੀਂ ਕੀਤਾ। ਤੇ ਕਈ ਕਾਂਗਰਸ ਆਗੂ ਇਹ ਦੋਸ਼ ਲਾਉਂਦੇ ਨੇ ਕਿ ਉਹ ਤਾਂ ਬੜੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਰਲੇ ਹੋਏ ਸਨ ਜੀ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ, ਤਾਂ ਗੁਰਨਾਮ ਸਿੰਘ ਚੜੂਨੀ ਨੂੰ ਕੱਲ੍ਹ ਯੂਪੀ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀਗਾ, ਜਿਨ੍ਹਾਂ ਨੂੰ ਅੱਜ ਰਿਹਾ ਕੀਤਾ। ਗੁਰਨਾਮ ਸਿੰਘ ਚੜੂਨੀ ਨੇ ਬਾਹਰ ਆ ਕੇ ਕੇਂਦਰ ਸਰਕਾਰ ਨੂੰ ਇੱਕ ਹੋਰ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਾਡੀ ਫਸਲ ਨਾ ਖਰੀਦੀ ਜਾਵੇ ਤਾਂ ਅਸੀਂ ਸੰਘਰਸ਼ ਜਿਹੜਾ ਉਹ ਹੋਰ ਤੇਜ਼ ਕਰਾਂਗੇ, ਧਰਨੇ ਪ੍ਰਦਰਸ਼ਨ ਵੀ ਕਰਾਂਗੇ ਜੀ। ਅਸਲ ਦੇ ਵਿੱਚ ਨਾ ਇਹ ਗੱਲ ਲੱਗੀ ਸੀ ਕਿ ਇੱਕ ਜਿਹੜੀ ਹੈ ਕੇਂਦਰ ਸਰਕਾਰ ਇੱਕ ਸੀਮਿਤ ਅੰਨ ਦਾ ਭੰਡਾਰ ਖਰੀਦੇਗੀ ਜੀ, ਬਾਕੀ ਨਹੀਂ ਖਰੀਦੇਗੀ। ਉਹਦੇ ਉੱਤੇ ਚੜੂਨੀ ਸਾਹਿਬ ਨੇ ਕਿਹਾ ਕਿ ਇੱਕ ਇੱਕ ਦਾਣਾ ਚੁਕਾ ਕੇ ਹਟਾਂਗੇ ਜੀ। ਤੇ ਜੇ ਸਰਕਾਰ ਇਹ ਭੁੱਲ ਜਾਵੇ ਕਿ ਉਹ ਹੁਣ ਮਨਮਾਨੀਆਂ ਕਰੇਗੀ, ਮਨਮਾਨੀਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ। ਉਹਨਾਂ ਨੂੰ ਕੱਲ ਹਿਰਾਸਤ ਵਿੱਚ ਲੈ ਲਿਆ ਗਿਆ ਸੀ, ਅੱਜ ਰਿਹਾ ਕਰ ਦਿੱਤਾ ਗਿਆ। ਮੇਰਾ ਖਿਆਲ ਚੜੂਨੀ ਸਾਹਿਬ ਵੀ ਲਖੀਮਪੁਰ ਤੱਕ ਹਰ ਹਾਲਤ ਜਾਣਗੇ। ਔਰ ਹੁਣ ਖਰੀਦ ਸ਼ੁਰੂ ਹੋ ਗਈ ਹੈ, ਖਰੀਦ ਚੱਲ ਰਹੀ ਹੈ। 15 ਕੁ ਦਿਨਾਂ ਦੇ ਵਿੱਚ, 15 ਤੋਂ 20 ਦਿਨਾਂ ਦੇ ਵਿੱਚ ਆਪਾਂ ਸਮਝ ਲਈਏ ਕਿ 25 ਅਕਤੂਬਰ ਤੱਕ ਇਹ ਖਰੀਦ ਹੈ ਜਿਹੜੀ ਉਹ ਤਕਰੀਬਨ ਝੋਨੇ ਦੀ ਫਸਲ ਸਾਰੀ ਮੰਡੀਆਂ 'ਚ ਆ ਜਾਵੇਗੀ ਔਰ ਕੇਂਦਰ ਸਰਕਾਰ ਨੂੰ ਉਹ ਖਰੀਦਣੀ ਹੀ ਪੈਣੀ ਹੈ ਜਿਸ ਤਰ੍ਹਾਂ ਦੀ ਸਥਿਤੀ ਬਣ ਗਈ ਹੈ ਜੀ। ਇੱਕ ਜਿਹੜੇ ਯੂਪੀ ਦੇ ਵਿੱਚ ਜਿਹੜਾ ਕਿਸਾਨਾਂ ਦੇ ਨਾਲ ਹਾਦਸਾ ਵਾਪਰਿਆ, ਉਸ ਦੀ ਜਿਹੜੀ ਢਿੱਲੋਂ ਸਾਹਿਬ ਵੀਡੀਓ ਆ ਉਹ ਬਹੁਤ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਕਿਸਾਨਾਂ ਦੇ ਉੱਤੇ ਗੱਡੀ ਚਾੜੀ ਗਈ ਹੈ। ਜਿਹੜੇ ਹੁਣ ਤੱਕ ਗੋਦੀ ਮੀਡੀਆ ਨੇ ਇਹ ਕਿਹਾ ਸੀ ਕਿ ਕਿਸਾਨੋਂ ਨੇ ਇਨ ਬੀਜੇਪੀ ਕੇ ਆਗੂओं को ਭੜਕਾਇਆ ਜੀ, ਉਹਨਾਂ ਦੇ ਮੂੰਹ ਬੰਦ ਹੋ ਗਏ ਹੋਣਗੇ। ਉਹ ਤਾਂ ਕੱਲ ਦਾ ਕਿਸਾਨ ਦਾ ਪੱਖ ਤਾਂ ਦਿਖਾਈ ਨਹੀਂ ਰਹੇ ਸੀ ਜੀ। ਇਹ ਤਾਂ ਸੋਸ਼ਲ ਮੀਡੀਆ ਨਾ ਹੋਵੇ, ਕੁਝ ਚੈਨਲ ਹੈਗੇ ਨੇ ਜੀ, ਆਪਾਂ ਲੋਕ ਸਾਰੇ ਹੈਗੇ ਆ ਜਿਹੜੇ ਅਸਲੀਅਤ ਲੋਕਾਂ ਦੇ ਸਾਹਮਣੇ ਲੈ ਕੇ ਜਾਂਦੇ ਨੇ। ਉਹ ਗੋਦੀ ਮੀਡੀਆ ਨੇ ਆਪਦਾ ਜਲੂਸ ਆਪੇ ਕੱਢ ਲਿਆ। ਅੱਜ ਜਦੋਂ ਇਹ ਵੀਡੀਓ ਵੱਖ-ਵੱਖ ਚੈਨਲਾਂ ਦੇ ਉੱਤੇ ਵਾਇਰਲ ਹੋ ਗਈ ਹੈ, ਹੁਣ ਉਹਨਾਂ ਦੀ ਆਵਾਜ਼ ਨਹੀਂ ਨਿਕਲਦੀ ਹੈ ਨਾ, ਮਤਲਬ ਚੁੱਪ ਕਰਕੇ ਬੈਠੇ ਨੇਗੇ। ਇਹ ਜਿਹੜਾ ਮੀਡੀਆ ਦੇ ਉੱਤੇ ਨੂੰ ਕਾਬੂ ਕਰ ਲੈਣਾ ਤੇ ਆਪਣੇ ਮੁਤਾਬਕ ਉਹਨਾਂ ਦੀ ਆਵਾਜ਼ ਕਢਾਉਣੀ, ਇਹ ਵੀ ਬਹੁਤ ਗਲਤ ਹੈ। ਲੋਕਤੰਤਰ ਦੇ ਵਿੱਚ ਇਹ ਬਹੁਤ ਮੰਦਭਾਗਾ ਹੈ, ਨਹੀਂ ਹੋਣਾ ਚਾਹੀਦਾ ਜੀ। ਧੰਨਵਾਦ ਜੀ। ਇਹ ਸਨ ਸਾਡੇ ਨਾਲ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਵੱਖੋ-ਵੱਖਰੇ ਮੁੱਦਿਆਂ 'ਤੇ ਚਰਚਾ ਕੀਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜਾ ਯੂਪੀ ਦੇ ਵਿੱਚ ਕਿਸਾਨਾਂ ਨਾਲ ਐਡਾ ਵੱਡਾ ਹਾਦਸਾ ਵਾਪਰਿਆ, ਉਸ ਨੂੰ ਕੇਂਦਰ ਸਰਕਾਰ ਕਿਸ ਤਰ੍ਹਾਂ ਦਾ ਜਿਹੜਾ ਉਹ ਕਿਸਾਨਾਂ ਨੂੰ ਇਨਸਾਫ ਦਿਵਾਉਂਦੀ ਹੈ, ਜਾਂ ਯੂਪੀ ਸਰਕਾਰ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉੱਥੇ ਜਾਂ ਜਿਨ੍ਹਾਂ ਦੀ ਮੌਤ ਹੋਈ ਹੈ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਲਗਾਤਾਰ ਉਹਨਾਂ ਦਾ ਦਾਹ ਸੰਸਕਾਰ ਕਰਨ ਤੋਂ ਵੀ ਬੈਠੇ ਨੇ, ਕਹਿੰਦੇ ਕਿ ਜੇਕਰ ਸਾਨੂੰ ਇਨਸਾਫ ਨਾ ਦਿੱਤਾ ਤਾਂ ਅਸੀਂ ਨਹੀਂ ਕਰਾਂਗੇ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ 'ਤੇ ਕੀ ਫੈਸਲਾ ਲੈਂਦੀ ਹੈ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।